ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਮੇਰੋ ਹੋਇਆ। ਆਨ ਜਨ ਧਾਮ ਕਰ ਸਤਿਕਾਰ ਕਰੇ ਜਣੇ ਕੀ ਪਿਆਰੀ। ਆਪਣੇ ਮਹਿਮਾਨ ਅਨੁਸਾਰ ਅਰੂਦ ਭਰੇ ਤਨ ਕੋਸ਼ ਸੁਧਾਰੀ। ਆਨ ਜਨ ਧਾਮ ਕਰ ਸਤਿਕਾਰ ਕਰੇ ਜਣੇ ਕੀ ਪਿਆਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੋਮ ਰੋਮ ਕੋਟ ਬ੍ਰਹਮਾਂਡ ਕੋ ਨਿਵਾਸ ਜਾਸ। ਮਾਨਸ ਅਵਤਾਰ ਧਾਰ ਦਰਸ ਦਿਖਾਏ। ਜਿਸ ਵਾਹਿਗੁਰੂ ਪਰਮੇਸ਼ਰ ਦੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਖੰਡਾਂ ਬ੍ਰਹਮੰਡਾਂ ਦਾ ਵਾਸਾ ਹੈ, ਉਸ ਪ੍ਰਭੂ ਨੇ ਜਦੋਂ ਮਨੁੱਖਾ ਸਰੂਪ ਧਾਰਨ ਕਰਕੇ ਦਰਸ਼ਨ ਦਿੱਤੇ ਤਾਂ ਫਿਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਵਿੱਚ ਮਹਾਰਾਜ ਸਾਹਿਬ ਜੀ ਪ੍ਰਗਟ ਹੋਏ। ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਸਤਿਗੁਰੂ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੇਗ ਸਾਹਿਬ ਜੀ ਵਿਖੇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੇ ਗੁਰੂ ਕੀ ਸਾਜੀ ਨਿਵਾਜੀ ਹੋਈ ਸਾਧ ਸੰਗਤ ਜੀਓ। ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਪ੍ਰਾਪਤ ਹੋਇਆ। ਲੜੀਵਾਰ ਰੂਪ ਵਿੱਚ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰ ਰਹੇ ਹਾਂ ਸਾਧ ਸੰਗਤ ਜੀ। ਜਿਸ ਪ੍ਰਕਾਰ ਇਸ ਪਵਿੱਤਰ ਨਗਰੀ ਦੇ ਵਿੱਚ ਭਾਈਆ ਜੈ ਰਾਮ ਜੀ ਔਰ ਧੰਨ ਧੰਨ ਬੇਬੇ ਨਾਨਕੀ ਜੀ ਜਿਨ੍ਹਾਂ ਦੇ ਗ੍ਰਹਿ ਵਿਖੇ ਸਾਰਾ ਪਰਿਵਾਰ ਇਕੱਤਰ ਹੋਇਆ ਹੈ। ਗੁਰੂ ਸਾਹਿਬ ਜੀ ਦੇ ਸਤਿਕਾਰਯੋਗ ਮਾਤਾ ਪਿਤਾ ਜੀ, ਚਾਚਾ ਜੀ, ਨਾਨਾ ਨਾਨੀ ਜੀ, ਮਾਮਾ ਜੀ, ਹੋਰ ਬੇਦੀ ਪਰਿਵਾਰ, ਕਿਉਂਕਿ ਨੀਂਹ ਪਰਿਵਾਰ ਸੱਚੇ ਪਾਤਸ਼ਾਹ ਜੀ ਦਾ ਵਿਆਹ ਹੈ। ਬਰਾਤ ਦੀ ਤਿਆਰੀ ਹੋ ਰਹੀ ਹੈ ਔਰ ਜਿੱਥੇ ਸਾਰੇ ਨਗਰ ਤੋਂ ਮਠਿਆਈਆਂ ਛਕਾਈਆਂ ਗਈਆਂ, ਪਕਵਾਨ ਭੋਜਨ ਤਰ੍ਹਾਂ ਤਰ੍ਹਾਂ ਦੇ ਛਕਾਏ ਗਏ। ਗੁਰੂ ਜੀ ਦੇ ਸਤਿਕਾਰਯੋਗ ਪਿਤਾ ਮਹਿਤਾ ਕਲਿਆਣ ਚੰਦ ਜੀ ਵੱਲੋਂ ਉੱਥੇ ਦੌਲਤ ਖਾਨ ਨਵਾਬ ਨੂੰ ਯਾਦ ਕਰਕੇ ਭਾਈ ਜੈ ਰਾਮ ਜੀ ਨੇ ਮਠਿਆਈ ਦਿੱਤੀ ਹੈ ਔਰ ਦੌਲਤ ਖਾਨ ਲੋਧੀ ਨੇ ਭਾਈ ਜੈ ਰਾਮ ਜੀ ਨੂੰ ਆਖਿਆ ਹੈ ਕਿ ਜੋ ਵੀ ਕੋਈ ਤੁਹਾਨੂੰ ਚਾਹੀਦਾ ਹੈ ਉਹ ਆਪਣੀ ਖੁਸ਼ੀ ਨਾਲ, ਤੁਸੀਂ ਆਪਣੀ ਮਰਜ਼ੀ ਨਾਲ ਲਿਜਾ ਸਕਦੇ ਹੋ। ਔਰ ਫਿਰ ਆਪਣੇ ਕੋਲੋਂ ਕੁਝ ਦੌਲਤ, ਕੁਝ ਰੁਪਈਏ ਦਿੱਤੇ ਹਨ ਦੌਲਤ ਖਾਨ ਨੇ। ਆਖਿਆ ਕਿ ਖੁੱਲ੍ਹਾ ਖਰਚਾ ਕਰਿਓ, ਕਿਸੇ ਪ੍ਰਕਾਰ ਦੀ ਕੋਈ ਕਮੀ ਨਾ ਆਵੇ ਤੇ ਉਦਾਰ ਚਿੱਤ ਹੋ ਕਰਕੇ ਖੁੱਲ੍ਹਾ ਖਰਚਾ ਕਰੋ। ਫਿਰ ਇਸੇ ਤਰ੍ਹਾਂ ਹਾਥੀ ਵੀ ਦਿੱਤੇ ਹਨ ਬਰਾਤ ਦੇ ਵਿੱਚ ਸ਼ਾਮਲ ਕਰਨ ਵਾਸਤੇ। ਬਾਗੀਆਂ ਦੇ ਸੰਗ ਘੋੜੇ ਵੀ ਸਜਾ ਕੇ ਦਿੱਤੇ, ਜਿਨ੍ਹਾਂ ਨੂੰ ਬਹੁਤ ਸੋਹਣੇ ਘੋੜਿਆਂ ਨੂੰ ਸ਼ਿੰਗਾਰਿਆ ਹੋਇਆ ਹੈ, ਗਹਿਣੇ ਪਾਏ ਹੋਏ ਹਨ, ਕਾਠੀਆਂ ਜੜਤਕਾਰੀ ਕੀਤੀ ਹੈ ਔਰ ਤੰਬੂ ਕਨਾਤਾਂ ਦਿੱਤੀਆਂ
ਤੇ ਇਹ ਸਾਰਾ ਭਾਰ ਚੁੱਕਣ ਵਾਸਤੇ ਊਠ ਵੀ ਦਿੱਤੇ ਆ ਦੌਲਤ ਖਾਨ। ਦੌਲਤ ਖਾਨ ਦਾ ਹਿਰਦੇ ਸੋ ਮੋਤੀ ਆਪਨ, ਹਿਰਦੇ ਵਿੱਚ ਜਾਣਿਆ ਵੀ ਮੇਰੇ ਮੋਤੀ ਦਾ ਵਿਆਹ ਹੈ, ਜੋ ਮੇਰਾ ਮੋਤੀ ਖਾਨਾ ਚਲਾ ਗਿਆ। ਜਸ ਅਪ ਜਸ ਜਗ ਮਾਰ ਮੁਝੇ ਸੰਗ ਜਾਪਨ, ਕਿ ਮੇਰੇ ਮੋਤੀ ਦਾ ਜਸ ਹੋਵੇਗਾ ਜਾਂ ਆਪ ਜਸ ਹੋਵੇਗਾ ਤੇ ਉਹ ਮੇਰਾ ਵੀ ਨਾਲ ਹੀ ਹੋਣਾ। ਇਹ ਜਸ ਹੋਇਆ ਤੇ ਮੇਰਾ ਵੀ ਨਾਲ ਹੋਵੇ। ਦਇਓ ਦਰਦ ਮੰਗਵਾਏ ਕੋਸ਼ ਤੇ ਹੱਥ ਜੋਤ, ਖਜ਼ਾਨੇ ਵਿੱਚੋਂ ਧਨ ਮੰਗਵਾ ਕੇ ਦਿੱਤਾ ਹੈ ਭਾਈ ਗੈ ਰਾਮ ਜੀ। ਉਹ ਕਹਿ ਕਰੋ ਜਸ ਧੂਰ, ਉਦਾਰੂ ਹੋਏ ਚਿੱਤ। ਆਖਿਆ ਚਿੱਤ ਵਿੱਚ ਉਦਾਰ ਹੋ ਕਰਕੇ ਫੁੱਲ ਦਿਲੀ ਦੇ ਨਾਲ ਧਨ ਕਰਜੋ ਤੇ ਜਸ ਕਰੋ, ਵਡਿਆਈ ਕਰੋ। ਇਹ ਦੌਲਤ ਖਾਨ ਨਵਾਬ ਨੇ ਆਖਿਆ। ਉਸ ਤੋਂ ਬਾਅਦ ਕਿਵੇਂ ਸਾਧ ਸੰਗਤ ਜੀ ਭਾਈਆ ਜੈ ਰਾਮ ਜੀ ਘਰੇ ਆਏ, ਕਿਵੇਂ ਸਾਰੀ ਬਰਾਤ ਸੱਜ ਧੱਜ ਕੇ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਚੜ੍ਹੀ ਹੈ, ਰਵਾਨਾ ਹੋਈ ਹੈ ਬਟਾਲੇ ਵੱਲ ਨੂੰ। ਸ਼ਰਧਾ ਭਾਵਨਾ ਸਹਿਤ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਵਿਆਹ ਦੀ ਗਾਥਾ, ਆਨੰਦ ਕਾਰਜ ਦੀ ਗਾਥਾ ਸਰਵਣ ਕਰੀਏ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਈਆ ਭਾਈ ਜੈ ਰਾਮ ਜੀ ਨੇ ਦੌਲਤ ਖਾਨ ਨਵਾਬ ਦੇ ਪਾਸੋਂ ਸਾਰਾ ਸਾਜੋ ਸਮਾਨ ਲਿਆ ਕਰਕੇ ਆਪਣੇ ਘਰ ਵਿੱਚ ਆਣ ਕਰਕੇ ਬਹੁਤ ਛੇਤੀ ਦੇ ਨਾਲ ਹੁਣ ਬਰਾਤ ਨੂੰ ਚੜਾਉਣ ਦੀ ਤਿਆਰੀ ਕੀਤੀ ਹੈ। ਸਾਰਿਆਂ ਨੇ ਆਪੋ ਆਪਣੇ ਵਾਹਨ ਸਵਾਰੀਆਂ ਸਾਜ ਲਈਆਂ, ਚੰਗੀ ਤਰ੍ਹਾਂ ਸਜਾ ਲਈਆਂ। ਕਈਆਂ ਨੇ ਹਾਥੀ ਤੇ ਸਵਾਰੀ ਕਰਨੀ ਹੈ, ਕਈਆਂ ਨੇ ਰਥਾਂ ਤੇ ਕਰਨੀ ਹੈ, ਕਈਆਂ ਨੇ ਘੋੜਿਆਂ ਤੇ ਸਵਾਰੀ ਕਰਨੀ ਹੈ, ਕਈਆਂ ਨੇ ਗੱਡਿਆਂ ਦੇ ਉੱਤੇ ਸਵਾਰ ਹੋਣਾ ਹੈ। ਆਪੋ ਆਪਣੇ ਜਿਹੜੇ ਵਾਹਨ ਹਨ ਉਹ ਸ਼ਿੰਗਾਰ ਲਏ ਸਾਰਿਆਂ ਨੇ। ਜਿੰਨੇ ਵੀ ਜਾਨੀ ਆ ਬਰਾਤੀ ਹਨ ਉਹਨਾਂ ਨੇ ਸੋਹਣੀਆਂ ਪੁਸ਼ਾਕਾਂ ਧਾਰਨ ਕਰ ਲਈਆਂ ਆਪਣੇ ਸਰੀਰਾਂ ਦੇ ਉੱਤੇ, ਸੋਹਣੇ ਵਸਤਰ ਧਾਰਨ ਕਰਕੇ ਤੇ ਆਪੋ ਆਪਣੀਆਂ ਸਵਾਰੀਆਂ ਤੇ ਸਵਾਰ ਹੋ ਗਏ। ਜੋ ਲੌਕਿਕ ਰੀਤ ਹੈ ਤੇ ਜੋ ਵੈਦਿਕ ਰੀਤ ਹੈ ਉਹ ਵੀ ਸਾਰੀ ਕੀਤੀ। ਕਿਸ ਨੇ ਕੀਤੀ ਹੈ? ਉਹ ਪਰਿਵਾਰ ਨੇ ਕੀਤੀ ਹੈ, ਗੁਰੂ ਸਾਹਿਬ ਜੀ ਨੇ ਨਹੀਂ ਕੀਤੀ। ਪਰਿਵਾਰ ਨੇ ਜੋ ਲੌਕਿਕ ਰੀਤ ਸੀ ਲੋਕਾਚਾਰੀ, ਜੋ ਸਾਰੀ ਜਿਹੜੀ ਰੀਤੀ ਸੀ ਵੀ ਜਿਵੇਂ ਜੰਨ ਚੜਾਉਣ ਲੱਗੀਆਂ ਮਾਈਆਂ ਬੀਬੀਆਂ ਕਰਦੀਆਂ ਜੋ ਰੀਤੀ ਉਸ ਮੌਕੇ ਤੇ ਉਹ ਸਾਰੀ ਕੀਤੀ ਗਈ। ਇਸੇ ਤਰ੍ਹਾਂ ਵੈਦਿਕ ਨਾਮ ਹੈ ਜੋ ਧਰਮ ਗ੍ਰੰਥਾਂ ਨੇ ਜੋ ਕੁਝ ਦੱਸਿਆ, ਵੇਦਾਂ ਆਦਿਕਾਂ ਨੇ, ਕਿਉਂਕਿ ਉਦੋਂ ਵੇਦਾਂ ਦਾ ਹੀ ਪ੍ਰਚਾਰ ਸੀ। ਬਾਬਾ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਤਾਂ ਵੇਦਾਂ ਦਾ ਹੀ ਪ੍ਰਚਾਰ ਪ੍ਰਸਾਰ ਸੀ ਤੇ ਸਾਰੇ ਵੇਦਾਂ ਨੂੰ ਪੜ੍ਹਦੇ ਸੁਣਦੇ ਸਨ। ਉਹ ਵੈਦਿਕ ਰੀਤ ਭਾਵ ਧਰਮ ਗ੍ਰੰਥਾਂ ਨੇ ਜਿਹੜੀ ਵੇਦਾਂ ਆਦਿਕਾਂ ਦੀ ਰੀਤੀ ਸੀ ਉਹ ਵੀ ਜੋ ਕੁਝ ਇਹ ਪਰਿਵਾਰ ਨੇ ਕੁਝ ਕਰਨਾ ਕੀਤੀ ਹੈ। ਤੇ ਬਹੁਤੀਆਂ ਫਿਰ ਨਗਰ ਦੀਆਂ ਮਾਈਆਂ ਬੀਬੀਆਂ ਵੀ ਇਕੱਤਰ ਹੋਈਆਂ ਬਾਬਾ ਜੀ ਦੀ ਬਰਾਤ ਚੜਾਉਣ ਵਾਸਤੇ। ਇਸ ਕਰਕੇ ਉਹ ਮਾਈਆਂ ਬੀਬੀਆਂ ਨੇ ਆਉਣਾ ਕੀਤਾ ਹੈ ਬਹੁਤੀਆਂ ਨੇ। ਹੁਣ ਜਗਤ ਗੁਰੂ ਜੀ ਦੀ ਬਰਾਤ ਇੱਥੋਂ ਚੱਲਣ ਲੱਗੀ ਹੈ, ਬਰਾਤ ਚੜ੍ਹਨ ਲੱਗੀ ਹੈ ਤਾਂ ਮਾਈਆਂ ਬੀਬੀਆਂ ਉਸ ਵੇਲੇ ਖੁਸ਼ੀ ਦੇ ਗੀਤ ਘੋੜੀਆਂ ਗਾਉਂਦੀਆਂ। ਜਿਹੜੇ ਉਸ ਮੌਕੇ ਤੇ ਗੀਤ ਗਾਏ ਜਾਂਦੇ ਉਹਨੂੰ ਘੋੜੀਆਂ ਕਿਹਾ ਜਾਂਦਾ, ਕਿਉਂਕਿ ਲਾੜਾ ਘੋੜੀ ਦੇ ਸਵਾਰ ਹੁੰਦਾ। ਪਿਛਲੇ ਸਮੇਂ ਦੇ ਵਿੱਚ ਘੋੜੀ ਦੇ ਸਵਾਰ ਹੁੰਦੇ ਸੀ ਤਾਂ ਉਸ ਮੌਕੇ ਤੇ ਜਿਹੜੇ ਉਹ ਸੱਭਿਅਕ ਗੀਤ ਗਾਏ ਜਾਂਦੇ ਉਹਨਾਂ ਨੂੰ ਘੋੜੀਆਂ ਕਿਹਾ ਜਾਂਦਾ। ਉਹ ਮਾਈਆਂ ਬੀਬੀਆਂ ਫਿਰ ਗਾਉਂਦੀਆਂ, ਕਹਿੰਦੇ ਵੀ ਬਹੁਤ ਸੁੰਦਰ ਆਵਾਜ਼ ਦੇ ਨਾਲ, ਜਿਵੇਂ ਕੋਇਲਾਂ ਦੀ ਆਵਾਜ਼ ਹੁੰਦੀ ਹੈ ਇਸ ਤਰੀਕੇ ਦੇ ਨਾਲ ਤੇ ਬਹੁਤ ਭਾਰੀ ਆਨੰਦ ਪ੍ਰਗਟ ਹੋ ਰਿਹਾ ਜਿਸ ਵੇਲੇ ਮਾਈਆਂ ਬੀਬੀਆਂ ਘੋੜੀਆਂ ਗਾ ਰਹੀਆਂ ਹਨ।
फिर साध संगत जी जो सतगुरु जी ने अपनी सिक्ख्या दी है ना, इन्हां सारियां थावां ते महाराज ने बाणी की बख्शिश कर दी। गुरु ग्रंथ साहिब जी के अंदर ऐसी पवित्र बाणी है जिसका सरलेख है घोड़ियां। महाराज साहब ने आख्या भाई अगे तो लोग गीत गाते थे, उन्होंने घोड़ियां कहते सी ना माइया बीबियां विआह के मौके पर। सतगुरु जी ने आख्या शब्द पढ़ लिया करो भाई विआह के मौके, जिहदा सरलेख है घोड़ियां। गुरु ग्रंथ साहिब महाराज जी की बाणी के अंदर है, ये पढ़े जा सकते उस मौके पर विआह के मौके पर, पर पढ़ूगा वो जो बाणी पढ़ूगा जिन्हें याद हो, जोड़ा याद पहले बाणी पढ़ूगा फिर वो शब्द को कंठ करूगा, भावें भाई भावें माई ये माइया फिर उस मौके पर घोड़ियां सरलेख के शब्द पढ़ सकती अपने घर में विआह के मौके। इस तरह साध संगत जी जो कोई पुरानी चढ़ाई कर जाता, पिछले समय के वेले जिसका नाम अलाणिया ना, अलाणिया महाराज ने बाणी याद की, उदों अलाणिया भी वो जो रोण का ना रीति रिवाज है उन्होंने भी अलाणी कहते। जो अलाणिया की खानका पढ़ी वो सारा लिखा कि पिछले समय के जो कोई मनुष्य चढ़ाई कर जाता तो फिर एक नैन आती होंगी वो अगे खलो करके अलाणी देती सी, जोड़ा इंसान चढ़ाई किया जो मौत को प्राप्त होया वो नाम भी अलाणी कहती थी, तो बाकी माइया वो पिछे बोल के रोंदियां होंदियां, रवाउंदी भी देखो अगे सी वो बोल बोल इस तरह लिखा हुआ वा। इस तरह भी उतों ही चलिया है जोड़ा सारा, जो कोई पुरानी चढ़ाई कर जाता है तो उस तरीके का वह नाम लै लैके जोड़े बैन पाए जाते बैन हूँ तो अगे तो अगे चलो समझ आती जाती नहीं, तो अगे पिछले समय तो ज़्यादा ही वो सुनने में मिलता तो वो फिर अलाणिया उन्होंने आख्या कि नैन आ करके अगे बोलती या नाले उसे रोना, उन्हें कहता रोना होंगे उन्होंने कहता दुख, उन्होंने जो कोई चढ़ाई करता है कुछ स्पैशल सद्या जाता अलाणी देने वास्ते, फिर उतों बकावे का रोना पैदा सी, बाकियां उन्होंने रवाना होंगे अगे बोल के जिन्हें वो कहा जाता सी, पर कई तरह के कामकार गिने जाते सी रोंदे रोंदे। वो फिर अलाणिया से महाराज साहब जी ने यह बाणी उचारण की, धन गुरु नानक साहब जी आख्या भी आ अलाणिया ना जा करो, तुम रोया ना करो, तो ये बाणी पढ़िया करो जो कोई पुरानी चढ़ाई करते। तो हुण मर्यादा है गुरु साहब जी के पंथ की, जो कोई पुरानी चढ़ाई कर जाए वह अंतिम संस्कार करके फिर गुरुद्वारा साहब आ करके अलाणिया का पाठ किया जाता है। धन श्री गुरु नानक देव साहब महाराज जी की बाणी है 5 शब्द। तो इस तरह साध संगत जी सारे समयां सफला करने वास्ते महाराज ने बाणी के उपदेश दे दिता, पर पहली जी चली आती संसार की रीति माइया बीबियां उस मौके पर गा रही हैं, इनके भारी जोड़ा आनंद बनया होया है। सारस लोचन बंध विमोचन, सारस कवल फुल वर्गे जिन्हों के नेत्र धन श्री गुरु नानक साहब जी ते बंधना कट देने वाले हैं। रूप बिलोकत है मन हारी, जेड़ा भी धन श्री गुरु नानक साहब जी के सोहने रूप को वेखदा है, जो महाराज साहब जी की बरात चढ़न लगी उस वेले दर्शन कर रहे हैं सारे नगर वाले माई भाई, तो हर एक का मन खिंचिया जाता है। महाराज साहब जी का इतना सोहना स्वरूप, 18 साल की शरीर कारबल है बाबा जी, 18 साल की, तो बहुत ही सोहना रूप है सतगुरु जी का, बंधना कट्टन वाला। जो दर्शन करता वह मन हरण हो जाता है, मन खिंचिया जाता, भाव मन प्रभावित हो जाता है। उदार श्रेष्ठ मस्तक के उत्ते सोहनी दस्तार शोभ रही है, शीश के उत्ते कलगी जिस दे विच सोने की जड़तकारी है, वो नीचे गई है चंगी तरह धारण की हुई है। जो शोभा के श्रोमणी हैं महाराज साहब जी, जिन्हों की शीश उत्ते चौर फिरदा है। नगर के जो बरात की रवानगी होने लगी है, बरात चढ़ रही है, उस वेले भज भज के
माई भाई आके वेख रहे हैं गुरु साहब जी। लोग दौड़ दौड़ के आके वेखते हैं तो भारी भीड़ हो गई है, भारी इकट्ठ हो गया है। फिर कहते महाराज साहब जी पालकी दे विच सवार हो गए। जगत गुरु पालकी दे विच सुभाईमान हो करके चल पे। जिस पालकी दे विच जड़तकारी होई है रतन नगां दी ते ओ चमक रहे हैं श्रेष्ठ। सुंदर मतंग सजियो अरन अबारी सन। सोहना हाथी सजिया होया लाल रंग की अंबारी के नाम। हाथी सजिया होया तो उहदे उत्ते जिहड़ी अंबारी है ना हाथी ਉਹਦੇ ਉੱਤੇ लाल रंग का वस्त्र पाया होया ते हाथी सजिया होया है। जगत गुरु जी के पिता मਹਿਤਾ कल्याण चंद जी हाथी दे सवार होए हैं। बहुत खुशी है, कहते भी आनंद जिहड़ा है ना वो मਹਿਤਾ कल्याण चंद जी के अंगां दे विच नहीं समा रहा है, इन्नी खुशी है। फिर जगत गुरु धन श्री गुरु नानक देव साहब महाराज जी के सत्कारयोग चाचा जी, चाचा लालू जी, वो भी हाथी ते सवार होए। उन्हां दे नाल श्री रामचंद, ये महाराज के नाना जी का नाम, उन्हां दा नाम पिछे आया है बाबा रामा जी, इत्थे कवि जी ने दिता रामचंद। ये दोवें नाम आउंदे, जिवें सौरा साहिब का नाम बाबा मूला जी भी आया तो मूल चंद जी भी आया। जिवें महाराज के पिता जी का नाम बाबा कालू जी भी आया तो ਮਹਿਤਾ कल्याण चंद जी भी आया। इसी तरह ही नाना जी का नाम रामा जी भी है तो उन्होंने रामचंद जी भी कहा जाता है। महाराज के सत्कारयोग नाना जी भी हाथी से सवार होए। ते कान्हा, कान्हा नाम है साध संगत जी कृष्ण का। इसे कवि जी ने अपनी भाषा के जिक्र किया है, उन्होंने कविता रूप के। महाराज साहब जी के मामा जी का नाम से कृष्णा जी, कान्हा कहते कृष्ण, तो कृष्णा इतों भी जो मामा सत्कार जो कृष्णा जी आ वो भी हाथी उत्ते सवार होए हैं। इस तरह होर कौन कौन सवार होए आ हुण बरातियां के नाम दस रहे। ये जिन्ने राय भोए की तलवंडी विचों परिवार आया सी ना बेटी भाईचारा, उन्होंने नाम दस रहे जोड़े बरात में शामिल होए। सारियां दे तां नहीं, कुछ के नाम दसे। कहते भी जगजीत मल जी एक बेटी परिवार विचों हैं। लाल नंद जी वो भी कहते भी सवार होए हैं। इस तरह सत्कारयोग भाई जट मल जी, इंद्र सैन जी ते नंद लाल जी, उन्हों की जी शोभा कहते भी वो कामदेव के वांगू है। ये सारे रथ उत्ते चढ़े आ। महाराज के पिता जी, चाचा जी ते इस तरह नाना जी ते मामा जी वो हाथी दे सवार होए आ। बाकी जिन्हों का जिक्र आया वा ये रथ के उत्ते सवार होए आ। शोभा के घर बन रहे हैं तो रथ उत्ते बहुत ज़्यादा शोभा बन रही है सारियां दी। इस तरह होर नाम दस रहे भी एक का नाम है चंद्रभान, एक का नाम है कौल नैन, एक का नाम है शिवलाल, एक का नाम है कामसैन। इसी तरह मानचंद जी मान संघ तो बहुत सत्कार के नाल चढ़े हुए खुश हो रहे हैं। जेड़े उधरों आए सन राय भोए की तलवंडी चों, उन्होंने विचों कुछ के नाम दसे कवि जी ने। हुण कुछ के नाम जेड़े आ इत्थों कि भाईया जयराम जी के नाल कौन कौन सवार होया। सुल्तानपुर लोधी चों बरात विच कौन गया, सारियां दे नाम तो नहीं दसणगे, बरात तो बहुत वड्डी गिणती विच गई सी, पर कुछ के नाम जेड़े मुखी मुखी आ उन्हां दे नाम दसदे। एक बरात विच गए आ परमानंद जी, बाबा परमानंद
ये बेबे नानकी जी के सौरा साहिब जी है, ते भाईया जय राम जी के सत्कारयोग पिता जी हैं परमानंद। इस तरह भाई जय राम जी आप सवार होए हैं, ते नाल फिर चढ़ चलियो फिरंदा, भाई फिरंदा जी भी सवार होए हैं। इस तरह तख्त राम जी है इतों सुल्तानपुर लोधी के रहने वाले, ये संबंधी है भाईया जय राम जी ते जागर आए जी। इस तरह अर्जन चंद जी ये सारे सवार हुए हैं। होर कौन चलिया, कहते भी दीवानी मल जी भी चले आ, मोहन मल जी भी चले आ, बहुत सोहनी हो करके बरात दे विच लखपत राय जिहड़ा उच्ची कुल वाला है वो भी सवार हो गया है, ते जादो राय भी चलिया। ये दौलत खान ने भेजा जादो राय को, तू भी बरात से चल। ये जादो राय वो आ जिहड़ा महाराज का हिसाब किताब करता रहा 5 दिन तो बड़ियां अड़ौणियां पाइयां सी। हुण विआह देखण चलिया था, ये मुंशी आ जिन्हें लेखा किया ही, तो जिहड़ा चाहुंदा है कि मैनूं कोई वड्डी वड्डी देण दे, महाराज ने भी नहीं कुछ दिता। इन्हें 5 दिन लाते ही हिसाब किताब करते हैं, बड़ियां अड़ौणियां पाइयां सी ने, पर फिर भी 321 रुपये गुरु जी के वाधा निकलाया। तो हुण इनू भी विच बरात दे, क्योंकि नवाब ने आख्या भी चलो जिन्हें जिन्हों की उन्हें लाई ड्यूटी भी जाओ तुम भी बरात के शामिल हो, वो सारे आए नवाब दौलत खान के कहण करके। इस करके ये मुंशी जादो राय भी आया, ये घोड़े से सवार होया है। इस तरह कहते भी बेदी परिवार ते फिर होर जिहड़े छतरी परिवार दे किन्ने ते किन्नियां क दे नाम गिणगे। कवि जी कहते सारे तो मैं गिण नहीं सकता भी मुख मुख नाम जिन्ने क मेरे को आए हैं, जिन्ने क मैनूं याद आ वो इत्थे लिख दिते आ। बाकी बरात बहुत वड्डी सी, राय भोए दी तलवंडी तो भी बहुते आए आ, बेदी परिवार भाईचारा इधरों सुल्तानपुर लोधी चों भी सारा परिवार बड़ा महाराज की बरात में शामिल होया है। ते सारे ने शुभ बाणी सोहने सोहने वस्त्र पहने हुए, चंगी तरह सोहने वस्त्र पहन करके ना ते अपनियां सवारियां नूं चंचल कीता है। भाव सारे हाथी घोड़े रथ गड्डे उन्होंने तोरना कीता है। हुण एक पासे तां घोड़ियां की कतार जा रही, जिन्ने घोड़े हैं ना बरात दे विच राखी, वो कहते चंचल चलण वाले सोहना सोहना चाल चलण वाले एक तरफ जा रहे हैं। वो घोड़ियां के जिहड़े सवार हुए बराती वो घोड़ियां नूं कदाउंदे जांदे, छालां मरवाउंदे जांदे घोड़ियां दी, ते घोड़े पुੱਤਦੇ ਜਾਂਦੇ ते बहुत गहने पहने हुए आ घोड़ियां ने, भूखण पहने हुए हैं। क्योंकि एक घोड़े ते चढ़े आ दूजे बरात में शामिल होए ते घोड़ियां नूं भजाउणगे किआं। एक घोड़े की सवारी आ, दूजा बरात में शामिल होए, बरात में जिहड़ा शामिल होए ते ओहदा ते टौर ही वखरा हुंदा विआह दे विच। इस करके वो बाबा जी की बरात में शामिल होए घोड़ियां नूं कदाउंदे जांदे। एक जात पदार्थ भूखण धारी दिश एक मतंग अपार नसंग, ते दूजी तरफ कहेंगे भी हाथियों की कतार जा रही, हाथी जा रहे, हाथी उधरों भी भेजे सी राय दुलार ने, राय भोए की तलवंडी तो, इधरों दौलत खान वाले ने भी हाथी भेजे बरात में, ते बाबा जी की बरात में हाथी भी झूलते जा रहे हैं। देखो आपे ही सारी विधियां बड़ी जांदियां। जगत गुरु जी का विआह है ते हाथी आपे ही सेवा च हाजिर हो गए हैं। दोवां शहरां दे हाकमां ने बरात में हाथी भेजे है, घोड़े भेजे। उधर राय भोए ने तलवंडी वाले राय बुलार जी, इधरों दौलत खान वाले। तो एक पासे हाथी जिहड़े वो अंबारियां दे नाल शोभते हुए जा रहे हैं। जिन्हां हाथियां दे गंड स्थल के कोले घोड़े गूंजते जाते, घोड़े गुंजारा पाते, जिथे हाथियां की गंड कोले पुड़पड़ी जी होंदी है ना,
उस थान के उत्ते भौरे जोड़े आ गुंजारा पाते, जिवें फुल्लां ते गुंजारा पाते इस तरह हाथियों की पुड़पड़ी लागे भी भौरे जोड़े आ घूमते रहते, क्योंकि एक तरह का उत्थों रस चुंदा हाथी ने। हाथी ने जो पसीना आता है तो एक तरह का रस चुंदा वो पुड़पड़ियां के कोलों, तो उत्थे फिर भौरे आ करके गुंजारा पाते। कहते भी उन्होंने गंढ स्थल पुड़पड़ियां के लागे भौरे गुंजारा पा रहे हाथियों के, एक पासे पालकियां जा रही वा एक कतार दे विच, ते नाल ही फिर जिहड़े रथ वा वो भी लाइन कतार लगी जा रही है। ते उन्हां पालकियां दे विच ते रथां दे विच श्रेष्ठ छतरी जिहड़े कहंदे बैठे हुए सोभ रहे हैं। एक पासे एक कतार जिहड़ी है ना ऊठां दी ते गड्डियां दी जा रही है। ऊठां दे ऊठ जिहड़े वो भी गड्डियां दे अगे जोए जांदे ते बलद भी गड्डियां दे अगे। इस तरह ऊठ भी गड्डे लैके जा रहे हैं ते बलद भी गड्डे लै करके एक पासे जा रहे हैं। इस तरह रस्ते से जा रहे हैं सारे, पालकियां ऊठ गड्डे बलदां वाले घोड़े हाथी ते भारी कोलाहल हो रहा। कोलाहल कहते रौला मचिया होया, जो हम गड्डियां के पहिए भी उन्होंने भी आवाज़ आ रही है, घोड़ियां के सुम्मां की आवाज़ आ रही, हाथियों के पैरों की आवाज़ आ रही, कोई हिंक रहा है, हाथी अपनी आवाज़ां कढ़ रहे हैं, घोड़े अपन हिंकण दी आवाज़ां कढ़ रहे हैं, ऊठ भी है फिर बलद भी है, तो बड़ा कोलाहल मचिया होया। कोलाहल कहते हैं खुशी के रौले में, जिहड़ा खुशी के समय रौला मचदा उसनूं कोलाहल आखिया। भारी कोलाहल मचिया होया है। तां इसे तरह फिर वड्डे वड्डे ढोल ते वड्डे वड्डे नगारे भी वज रहे हैं गुरु साहिब जी की बरात दे विच। तुरलियां वज रही, डफ वज रही, मुरलियां वज रही, नरसिंगे वज रहे हैं, नपीरियां वज रही ते झांजर एक कई तरह की झांजर पाइया हुई, इन्हां मेलां पाइया हुई, होर इस तरह के घुंघरू पाए हुए जोड़े बलदां घोड़ियां आदि नूं रथां नूं वो भी छणक रहे हैं। मुख तो गल की हुई सुनाई नहीं देती है कंन दे विच। एक जना गल करता है दूजे नूं सुनता नहीं, क्योंकि इन्ने ढोल भी आ ते नगारे भी विच बरात दे वज रहे, कोलाहल मचिया होया है। अनेक प्रकार के रंगां दे झंडियां जिहड़ियां वो अगे अगे जा रही हैं। यानी लिए सब आगे ही धाई, जिन्होंने लै करके अगे अगे दौड़ के वो जान वाले लैके जा रहे हैं तरह तरह के रंगां दीयां झंडियां। कवि जी कहते आ कि अगले पासे बड़े शुभ मंगल भी होए, जो परिवार वालों जो बाकी बरात वालों जिहड़े संसारी लोग सी उन्हां वालों समझे गए कि आ बड़े चंगे शगन होए। ये गुरमत का कोई संबंध नहीं है, गुरु साहिब जी का संबंध नहीं है। हुण बाकी जिन्ना परिवार जा रहा उन्होंने ख्याल किया कि आ शगन बड़ा चंगा होया है। जिस वेले सुल्तानपुर लोधी तो बरात तुर पई है ना, तो तुरदियां सारी अगले पासे कहते कुछ इस तरह दी गल्लां दिखाई दित्तियां जिन्होंने आम जिहड़े संसारी लोग बरात विच जा रहे हैं उन्होंने समझिया कि ये चंगे शगन होए हैं। अगले पासे कहते भी दो घड़े जिहड़े आ वो भरे हुए सुहागण ने अपने सीस से चुके हुए हैं। जिथे शोभा वाले जगत के मालक धन श्री गुरु नानक देव साहिब जी पालकी विच बैठे जा रहे हैं रस्ते के उत्ते बरात दे विच, अगले पासे सुहागण मिली है आकर के रस्ते के उत्ते भाव भी आ रही है सुहागण अपने सीस से दो घड़े चुके हुए भरे। ये संसारी तौर पर समझा जाता है, गुरमत का नाल नहीं इसका कोई भी वाह वास्ता। संसारी तौर पर समझा जाता जो कोई भरिया भांडा लै करके अगों मिल पवे ना, जो कोई किसी कारज में जाता तो कहेंगे कि आह बड़ी चंगी गल है, बड़ा चंगा शगन होया। तो जे कोई खाली लैके वस्तु मिल पाए फिर नहीं देती आ क्यों मत्थे लग गए।
जे कोई भरिया भांडा लैके अगों लगे तो दो घड़े भरे हुए मिले तो वो कहते भी उन्होंने समझिया लोगों ने भी बड़ा चंगा शगन होया है। इस तरह कहते आ कि सज्जे पासे कां जिहड़े वो खेलां खेलते हुए दिसे हन ते हिरना की जिहड़ी डार वो दौड़ती हुई अगले पासों आई, एक पासों आई है तो दूजे पासे निकल गई हिरना की डार। इनू भी कहते कि बड़ा चंगा शगन जिहड़ा मन्निया जाता है। ते फिर इस तरह जिस रस्ते से बरात जा रही थी उत्थे न्योले बाहर निकल के वेख रहे, न्यौल जे जिहड़े हुंदे वो न्यौल निकल करके बाहर वेख रहे थे, उन्होंने भी संसारी तौर पर चंगा जिहा शगन मनते हैं। सामने कहते कि गावां जिहड़ियां वो अपने बच्चों को दुध पिया रही देखिए, ये भी कहते बड़ा चंगा जिहा शगन सामने दस्सिया कि गावां अपने बच्चों को दुध पिया रही हैं। फिर सोहनी जी ते हौली हौली सुंदर हवा वग रही है। ये सारे शगन वेख करके जिन्नी बरात आ वो सारी खुश हो रही कि शगन बड़े वधिया होए, बड़े चंगे होए। ते महाराज साहब जी वास्ते ते सारे ही शगन चंगे है, सारे समय चंगे, पर वो संसारी लोग जिवें रीतियां जिहड़ियां संसार ने बनाईयां होईयां, संसार जिस तरीके नाल चलदा वो संसारी लोग इन्हां गल्लां नूं कह रहे हैं। इस तरह कहते कि वड्डा सुख पा करके बराती जा रहे आ जगत गुरु जी की बरात दे विच, ते हाथी झूम झूम के तुरदे आ ते हाथियां दे गलां विच पाए हुए वड्डे वड्डे घंटे वो खड़क रहे, वड्डियां वड्डियां घड़ियालां जिहड़े घंटे हन वो बड़े बड़े घुंघरू पाए हुए जिहड़े उन्हां दी आवाज़ आ रही है। इस तरह कहते घुंघरू जिहड़े पैरां नूं पाए हुए उन्हां दी शन शन की आवाज़ आउंदी है। ते ये रथ जिहड़े हन वो सोम रहे हैं, घोड़े सज रहे हैं। भाई बाला जी कहते कि मैनू महाराज ने अपने नाल ही रखिया, जिवें सरबाला लै जाते ना सरबाला कह देंगे वो नाल रखते लाड़े दे। उंज ख्याल वो संबंध में कई ने दिता कि ये तां करके सरबाले की रस्म बनी आ भी पिछला समा जिहड़ा सी ना किते विच विचाले, क्योंकि कई तरह के समय आउंदे रहिंदे, करतार की कुदरत वा कई बार भले समय आउंदे आ, सुख शांति वाले समय आउंदे आ, ते कई बारी लुट खोह वाले समय आ जाते। कई बार लोग नशियां का त्याग कर देंगे, साफ सुथरा जीवन जिउण लग पेंदे, कई बार नशे नुशे खाण लग पेंदे। हुण भी जिहड़ियां समैकां समूकां दीयां पीण वाले वो रोज़ किसी ना किसी पासे किसी लुट ही लेंदे। थोड़े दिन होए कि माई बेचारी आखन डे कि मेरियां मैं मत्था टेकण आई इत्थे ते मेरियां वालियां लै गई खिच के, पता ही नहीं लगन दिता। कहती मोटरसाइकिल पर दो जाने सी ते वो खिच के छेती नाल झपट मार के लै गए। मुझे ध्यान नहीं रखना चाहिए, ला के घर ही रखना चाहिए अजकल इस तरह का सब, तो या फिर सीरी सहत पा के रखनी चाहिए। तो इस करके नशा बहुता चार चपेरे बढ़िया पिया तो वो नशा पूरा नहीं होता, फिर इस तरह उन्होंने खाना कितों पूरा कर। इस तरह का जोड़ा समा करा चढ़ा पिछले समय में भी साध संगत जी आते रहे, तो लिखिया कई गुरमुखा ने कि जी सरबाले की रस्म चली है ना, इस उस मौके पर चली जो डाकू लोग राह में लुट लिया करते थे, वो कई बार लाड़े में मार देंगे थे, तो घर वाली जबरदस्ती खो के लै जाते थे। उदों नाल कहते फिर एक सरबाला नाल लैके जाते थे कि जे वो लाड़े को डाकू मार देंगे तो ये जी पत्नी है ये फिर सरबाले से बहा दी जाती सी, वो ब्याह कर दिता जाता तो वो हाण का ही लैके जाते थे। ऐसा लिखिया वा कई ने, हुण वाहिगुरू जाने कि ये सच्चाई इस तरीके तो फिर जी हथ में शस्त्र से भी ताइयों फड़िया जाता, कृपान
हथ दे विच तां ही रखी जाती भी अपने पत्नी की राखी का कर लवे कि जो कोई राह में लुटन वाला कोई लुटेरा कोई डाकू कोई धाड़वी पवेगा तो श्री साहब हथ में ताइयों ही फड़ाई जाती अज भी फड़ाई जाती जिस वे विआह के मौके पर लड़ जाता। हुण इत्थे भाई बाला जी कहते भी मैनू महाराज ने अपने नाल ही रखिया वा मुझको राखियो संग नहीं रखिया भाई बाला जी तुसीं नाल ही रहना साडे विआह दे विच भी अगे पिछे नहीं होना कि लावां दे समय भी तुसीं कोले रहना वा रस्ते विच भी नाल रहना आउंदियां भी नाल रहना। किन्ना प्यार दिता भाई बाला जी किन्ने नाल रहे भाई बाला जी गुरु साहब जी दे इन्हां ते कोई सिख भी नाल नहीं रहा। भाई बाला जी ते भाई मरदाना जी जिन्ने गुरु नानक साहब जी के नाल रहे इन्ना ही ज्यादा संगत होर किसी सिख ने नहीं की। अजकल गुमराह गुण प्रचार हो रहा वा लोग कई कह रहे इस तरह के प्रचार उठे आ नवे नवे वो कहते भाई बाला नाम का कोई शख्स ही नहीं होया। इतिहास यही सुनाउणगे महाराज दीआं साखियां यही सुनाउणगे जिहड़ियां भाई बाले ने लिखाई है। भाई बाला जी ने जिन्ना इतिहास लिखाया वही इतिहास सुनाउणगे ते कहणगे कि भाई बाला नहीं होया किड्डी अकिरत घंटा। तो इस तरह भाई बाला जी कह रहे कि मुझको राखियो संग निज मैनू गुरु साहब जी ने अपने नाल ही रखिया ते खर्च पृथक कछ दे कहते मैनू कुछ रुपये वखरे दे दिते कि भाई बाला तेनों भी कितने खर्चने पै सकते रस्ते के उत्थे जा करके कोई खर्चा कहते मैनू वखरा दे दिता अपने को भी महाराज ने खर्चा रखे कि देने पैने कई थावां ते लाल मंगना होना ते भाई बाला जी ने भी नाल दिता है खर्चा। भाई बाला जी गुरु साहब जी तो 3 साल शरीर कारबला विच वड्डे सन। ये आरंभ में इसे इतिहास के आ चुका तो इस तरह कहते मैनू वखरा खर्चा दे के अपने नाल गुरु जी ने रखिया। धन श्री गुरु अंगद देव साहब जी महाराज सुनो ये श्रेष्ठ कथा के श्रेष्ठ रस नूं लेना करो। भाई बाला जी सुना रहे हैं श्री गुरु अंगद साहब जी नूं बहुत खुशी का रौला मचिया होया है वाजे वज रहे हैं। सारी बरात हम ब्यास दरिया के कंढे ते पहुंच गई जिथे ब्यास दरिया लगता ना उत्थे पहुंच गए सारे। उस वेले फिर जो मलाह सी उत्थे मलाह नूं धन देना कीता है। उसनूं आख्या कि सारी बरात नूं पार कर ते उसने फिर बहुतियां बेड़ियां जिहड़ियां बाकी मलाहां नूं भी सद लिया ते बहुतियां बेड़ियां ले आंदियां पास तरनी ते नकीन संभू सो पासा सारियां बेड़ियां वो इधरले कंढे ते ले आंदियां मलाह ने बाकी मलाहां नूं भी नाल ले आंदा है। ते फिर बेड़ियां दे विच हाथियां नूं चढ़ाया वारी वारी हाथियां बेड़ियां छोटियां भी होंदियां ते वड्डियां भी होंदियां ते आपां तां दरिया दे कंढे ते रहण वाले आपां नूं पता ही है। जिहड़े इलाके लोग दरियावां दे कंढे ते नहीं रहिंदे उन्हां नूं फिर दसना पऊगा ज़्यादा। आपां ते वेंदे रहिंदे कि बेड़ी के उत्ते ट्रैक्टर ट्राली चढ़ा के भी पार किया जाता ते कंबाइन चढ़ा के भी पार की जाती। इधरले पासों करनू वाले तो उरले पासों पर करनू वाले तो उरले बने वो सारी जमीन करनू वाले पिंड की उरले पासे तो ट्रैक्टर ट्रालियां चढ़ा के नहाउंदे रहिंदे जो फसल पक की कंबाइनां चढ़ा के नहाउंदे। इस करके बेड़ियां के उत्ते हाथी भी चढ़ाए गए घोड़े भी चढ़ाए गए रथ भी चढ़ाए गए ते ऊठ भी ते सारा साजो समान चढ़ाया है वारी वारी। ते फिर गड्डे जेडे वस्तुओं के भरे हुए आ तंबू कनातां के साजो समान के भरे हुए गड्डे वो सारे गड्डे भी सारे वारी वारी चढ़ाए बेड़ियां दे विच। कहते बिना देरी तो छेती दे नाल ही पानी तो पार कर देते सारे सारी बरात को मलाहां ने पार कर देता है। वो बड़े मलाह ने अपने नौकर जाकर बाकी मलाह ला करके नाल ते छेती दे नाल फिर बेड़ियां ते चढ़ा चढ़ा के सारी बरात पास कर देती है परले किनारे से कर देती है। हुण सारे जो उन्होंने बरात पार कर दी ना मुझे पूरा जोर लग जाता मलाहां का
ਜਦੋਂ ਉਹ ਵੰਝ ਉਹਨਾਂ ਨੂੰ ਲਾਉਣਾ ਪੈਂਦਾ ਨਾ ਤੇ ਮੁੜਕੋ ਮੁੜਕੀ ਹੋ ਜਾਂਦੇ ਫਿਰ ਪੂਰਾ ਜ਼ੋਰ ਲੱਗ ਜਾਂਦਾ। ਉਹਨੂੰ ਕਿੰਨਾ ਬਹੁਤ ਚੌੜਾ ਇੱਕ ਕਰਨ ਵਾਲੇ ਨੰਗੀ ਦਾ ਜਦੋਂ ਬੇੜੀ ਤੇ ਤਾਂ ਉਹ ਪੂਰਾ ਜ਼ੋਰ ਉਹਨਾਂ ਦਾ ਲੱਗਦਾ ਤੇ ਫਿਰ ਜਿੱਥੇ ਡੂੰਘਾ ਪਾਣੀ ਉੱਥੇ ਫਿਰ ਚੱਟੂ ਲਾਉਣਾ ਪੈਂਦਾ, ਉੱਥੇ ਮਾਸ ਲੱਗਦਾ ਹੀ ਨਹੀਂ। ਤਾਂ ਹੁਣ ਉਹਨਾਂ ਨੇ ਜਦੋਂ ਪਾਰ ਕਰ ਦਿੱਤਾ ਨਾ ਸਾਰੀ ਬਰਾਤ ਨੂੰ, ਫਿਰ ਸਾਰੇ ਜਣੇ ਇਕੱਠੇ ਹੋ ਕੇ ਆਏ, ਕਹਿੰਦੇ ਹੁਣ ਲਾੜੇ ਦੇ ਦਰਸ਼ਨ ਤਾਂ ਕਰ ਲਈਏ, ਆਪਾਂ ਬਰਾਤ ਦਾ ਪਾਰ ਕਰ ਦਿੰਦੇ। ਕੇਵਟ ਮਿਲੇ ਆਏ ਸਭ, ਸਾਰੇ ਮਿਲਾ ਇਕੱਠੇ ਹੋ ਕਰਕੇ ਆ ਗਏ। ਦੁੱਲੋ ਹੀਰਨ ਹੀਰ, ਲਾੜੇ ਨੂੰ ਵੇਖਣ ਵਾਸਤੇ, ਦੁੱਲੋ ਨੂੰ ਵੇਖਣ ਵਾਸਤੇ। ਜੋ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਲਾੜੇ ਰੂਪ ਦੇ ਵਿੱਚ ਹਨ। ਜਦੋਂ ਆ ਕਰਕੇ ਉਹਨਾਂ ਨੇ ਫਿਰ ਮਹਾਰਾਜ ਦੇ ਦਰਸ਼ਨ ਕੀਤੇ ਨਾ ਤੇ ਸੋਭਾ ਵਾਲੇ ਬੇਦੀ ਕੋਲ ਦੇ ਨਿਸ਼ਾਨ ਸਰੂਪ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾਰਿਆਂ ਮਲਾਹਾਂ ਨੂੰ ਫਿਰ ਧਨ ਬਖਸ਼ਿਆ। ਪਹਿਲਾਂ ਵੀ ਉਹਨਾਂ ਨੂੰ ਜੋ ਉਹਨਾਂ ਦੀ ਬਣਦੀ ਸੀ ਕਿਰਤ ਉਹ ਦਿੰਦੀ ਹੈ। ਹੁਣ ਜਦੋਂ ਲਾੜੇ ਨੂੰ ਵੇਖਣ ਵਾਸਤੇ ਆਏ ਤੇ ਫਿਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀ ਹੈ ਧਨ ਦੀ ਮਲਾਹਾਂ ਨੂੰ। ਇਸ ਤਰ੍ਹਾਂ ਇਹ ਬਿਆਸ ਦਰਿਆ ਨੂੰ ਪਾਰ ਲੰਘ ਕਰਕੇ ਤੇ ਖਡੂਰ ਸਾਹਿਬ ਦੇ ਪਾਸ ਆ ਕਰਕੇ ਫਿਰ ਡੇਰਾ ਕੀਤਾ। ਖਡੂਰ ਸਾਹਿਬ ਦੇ ਪਾਸ ਆ ਕਰਕੇ ਫਿਰ ਇੱਥੇ ਪੜਾ ਕਰ ਲਿਆ ਹੈ। ਕਿਉਂਕਿ ਸ਼ਾਮਾਂ ਪੈ ਗਈਆਂ, ਰਾਤ ਹੋ ਗਈ ਖਡੂਰ ਸਾਹਿਬ ਦੇ ਨੇੜੇ ਜਾ ਕਰਕੇ ਤੇ ਫਿਰ ਇੱਥੇ ਪੜਾ ਕਰ ਲਿਆ ਸਾਰੀ ਬਰਾਤ ਨੇ। ਤੰਬੂ ਕਨਾਤਾਂ ਲਾ ਲੈ ਗਏ, ਨਾਲ ਹੀ ਲੈ ਕੇ ਗਏ ਸੀ ਤੰਬੂ ਕਨਾਤਾਂ, ਸਾਰਾ ਕੁਝ ਗੱਡਿਆਂ ਤੇ ਲੱਦੇ ਹੋਏ ਸੀ, ਊਠਾਂ ਦੇ ਉੱਤੇ, ਊਠਾਂ ਵਾਲੇ ਗੱਡਿਆਂ ਦੇ ਉੱਤੇ, ਬਲਦਾਂ ਵਾਲੇ ਗੱਡਿਆਂ ਦੇ ਉੱਤੇ। ਤਾਂ ਫਿਰ ਕਹਿੰਦੇ ਵੀ ਜਦੋਂ ਰਾਤ ਪੈ ਗਈ ਨਾ ਤੇ ਪਿਤਾ ਮਹਿਤਾ ਕਲਿਆਣ ਚੰਦਨੀ ਜੀ ਜਿੰਨਾ ਵੀ ਪਕਵਾਨ ਇੱਥੋਂ, ਕਿਉਂਕਿ ਸਾਰਾ ਸਾਜੋ ਸਮਾਨ ਨਾਲ ਹੀ ਖੜਿਆ ਸੀ ਵੀ ਜਿੱਥੇ ਹਨੇਰਾ ਹੋ ਗਿਆ ਉੱਥੇ ਲੰਗਰ ਪਾਣੀ ਚਲਾ ਦੇਣਾ, ਇੱਥੋਂ ਹੀ ਪਕਾ ਕੇ ਲੱਦਿਆ ਸੀ। ਨਾਲ ਮਿੱਠੀਆਂ ਜਾਮ ਨਾਲ ਲਈਆਂ ਸੀ। ਤਾਂ ਫਿਰ ਕਹਿੰਦੇ ਪਿਤਾ ਜੀ ਨੇ ਜੋ ਪਕਵਾਨ ਹੈ ਸਾਰੀ ਬਰਾਤ ਨੂੰ ਪੰਗਤਾਂ ਲਵਾ ਕਰਕੇ ਤੇ ਸੁੰਦਰ ਪਕਵਾਨ ਵੰਡ ਦਿੱਤਾ ਹੈ। ਫਿਰ ਪ੍ਰਸ਼ਾਦਾ ਪਾਣੀ ਵੀ ਛਕਿਆ ਸਾਰਿਆਂ ਨੇ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੇ ਬਾਕੀ ਬੇਦੀ ਪਰਿਵਾਰਾਂ ਦੇ ਜਿਹੜੇ ਨੌਜਵਾਨ ਮਹਾਰਾਜ ਦੇ ਹਾਣੀ ਉਹ ਰਿਸ਼ਤੇ ਵਿੱਚ ਭਰਾ ਹੀ ਲੱਗਦੇ ਗੁਰੂ ਸਾਹਿਬ ਜੀ। ਬਾਕੀ ਬੇਦੀ ਪਰਿਵਾਰ ਦੇ ਜਿਹੜੇ ਪੁੱਤਰ ਉਹਨਾਂ ਭਾਈਆਂ ਨਾਲ ਮਿਲ ਕਰਕੇ ਗੁਰੂ ਜੀ ਨੇ ਵੀ ਪ੍ਰਸ਼ਾਦਾ ਪਾਣੀ ਛਕ ਲਿਆ ਹੈ। ਫਿਰ ਪਲੰਘ ਦੇ ਉੱਤੇ ਸੁੱਖਾਂ ਦੇ ਘਰ ਸਤਿਗੁਰੂ ਜੀ ਬਿਰਾਜਮਾਨ ਹੋ ਗਏ। ਤੇ ਜਿਸ ਵੇਲੇ ਅੰਮ੍ਰਿਤ ਵੇਲਾ ਹੋ ਗਿਆ ਨਾ ਤੇ ਬਰਾਤ ਦੇ ਵਿੱਚ ਬਹੁਤੇ ਭੱਟ ਵੀ ਇਕੱਠੇ ਹੋ ਕੇ ਗਏ ਨੇ। ਉਹ ਭੱਟ ਇਕੱਠੇ ਹੋ ਕਰਕੇ ਆ ਗਏ ਤੇ ਭੱਟਾਂ ਨੇ ਆ ਕਰਕੇ ਫਿਰ ਜਸ ਗਾਉਣਾ ਕੀਤਾ ਅੰਮ੍ਰਿਤ ਵੇਲੇ। ਸੰਸਾਰ ਦੇ ਕੰਮਾਂ ਨੂੰ ਪੂਰਨ ਕਰਨ ਵਾਲੇ ਆ ਨਾ ਜੋ ਜਗਤ ਗੁਰੂ ਜੀ, ਤਿੰਨਾਂ ਦੇ ਪਾਸ ਆ ਕਰਕੇ ਜਿੱਥੇ ਮਹਾਰਾਜ ਬਿਰਾਜੇ ਸੀ ਉੱਥੇ ਬਹੁਤੇ ਵਾਜੇ ਵੱਜੇ ਹਨ ਤੇ ਭੱਟਾਂ ਨੇ ਮਹਾਰਾਜ ਦੇ ਗੁਣ ਗਾਏ। ਇਸੇ ਤਰ੍ਹਾਂ ਦਿਨ ਚੜੇ ਤੋਂ ਫਿਰ ਆਪੋ ਆਪਣੇ ਅਸਵਾਰੀਆਂ ਨੂੰ ਸਜਾ ਸਜਾ ਕਰਕੇ ਤੇ ਸਾਰੀ ਬਰਾਤ ਜਿਹੜੀ ਹੈ ਆਪੋ ਆਪਣੇ ਵਾਹਨਾਂ ਦੇ ਉੱਤੇ ਚੜ੍ਹ ਕੇ ਘੋੜਿਆਂ ਤੇ ਸਵਾਰੀ ਕਰਨ ਵਾਲੇ ਘੋੜਿਆਂ ਤੇ ਸਵਾਰ ਹੋ ਗਏ, ਹਾਥੀਆਂ ਤੇ ਸਵਾਰੀ ਕਰਨ ਵਾਲੇ ਹਾਥੀਆਂ ਤੇ ਸਵਾਰ ਹੋ ਗਏ, ਰਥਾਂ ਤੇ ਚੜ੍ਹਨ ਵਾਲੇ ਰਥਾਂ ਤੇ ਚੜ੍ਹ ਗਏ। ਇਸ ਤਰ੍ਹਾਂ ਸਾਰੀ ਬਰਾਤ ਚੜ੍ਹ ਕੇ ਫਿਰ ਅਗਲੇ ਦਿਨ ਅਗਲੇ ਪਾਸੇ ਨੂੰ ਚੱਲ ਪਈ। ਰਸਤੇ ਦੇ ਵਿੱਚ ਜਿੰਨੇ ਵੀ ਵੱਡੇ ਛੋਟੇ ਪਿੰਡ ਆ ਰਹੇ ਹਨ ਤੇ ਮਾਈ ਭਾਈ ਜਿੰਨੇ ਵੀ ਰਾਹ ਵਿੱਚ ਆਉਂਦੇ ਆ ਨਾ ਬੜੇ ਉਤਸ਼ਾਹ ਨਾਲ ਬਰਾਤ ਨੂੰ ਵੇਖਣ ਵਾਸਤੇ ਆਉਂਦੇ, ਉਹਨਾਂ ਨੂੰ ਖੁਸ਼ੀ ਹੁੰਦੀ। ਤੇ ਦੌੜ ਦੌੜ ਕੇ ਮਾਈ ਭਾਈ ਲਾੜੇ ਦੇ ਦਰਸ਼ਨ ਕਰਦੇ, ਕਹਿੰਦੇ ਵੀ ਬਰਾਤ ਵਿੱਚ ਜਿਹੜਾ ਲਾੜਾ ਜਾ ਰਿਹਾ ਵੇਖੀਏ। ਸੁਭਾਵਿਕ ਹੀ ਸੰਸਾਰ ਦਾ ਇਹ ਰੀਤੀ ਰਿਵਾਜ ਹੈ, ਕਿਤੇ ਵੀ ਬਰਾਤ ਜਾਂਦੀ ਹੈ ਤੇ ਲੋਕ ਵੇਖਦੇ ਆ ਕਿ ਲਾੜੇ ਨੂੰ ਵੇਖੀਏ ਵੀ ਲਾੜਾ ਕਿਹੜਾ ਹੈ ਬਰਾਤ ਦੇ ਵਿੱਚ।
ਤੇ ਇਸ ਤਰ੍ਹਾਂ ਕਹਿੰਦੇ ਦੌੜ ਦੌੜ ਕੇ ਆਉਂਦੇ ਆ ਲੋਕ ਮਾਈ ਭਾਈ ਲਾੜਾ ਰੂਪ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ। ਤੇ ਜਿਨ੍ਹਾਂ ਦਾ ਦਰਸ਼ਨ ਵੀ ਭਾਗਾਂ ਵਾਲਿਆਂ ਨੂੰ ਹੁੰਦਾ, ਕਿਉਂਕਿ ਇਹ ਕਿਹੜਾ ਕੋਈ ਸੰਸਾਰੀ ਲਾੜਾ ਜਾ ਰਿਹਾ, ਇਹ ਤਾਂ ਜਗਤ ਦਾ ਮਾਲਕ ਜਗਤ ਦਾ ਸੁਆਮੀ ਲਾੜੇ ਰੂਪ ਵਿੱਚ ਜਾ ਰਹੇ ਆ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਜਿਨ੍ਹਾਂ ਜਿਨ੍ਹਾਂ ਨੇ ਦਰਸ਼ਨ ਕਰ ਲੈਣੇ ਉਹਨਾਂ ਦੇ ਦੁੱਖ ਦਲਿੱਦਰ ਟਲ ਦੇਣੇ ਹਨ। ਤੇ ਜਦੋਂ ਮਹਾਰਾਜ ਦੇ ਦਰਸ਼ਨ ਕਰ ਲੈਂਦੇ ਆ ਨਾ ਸਾਹਮਣੇ ਬੈਠਿਆਂ ਤੇ ਫਿਰ ਆਪਸ ਵਿੱਚ ਮਿਲ ਕੇ ਮਾਈ ਭਾਈ ਉਹ ਪਰਸਪਰ ਮਿਲ ਕਰਕੇ ਸਿਫਤਾਂ ਕਰਦੇ, ਗੁਰੂ ਜੀ ਦੀਆਂ ਸਲੋਤਾਂ ਕਰਦੇ ਹਨ। ਤੇ ਕਹਿੰਦੇ ਕਿ ਆਪਣੇ ਘਰਾਂ ਨੂੰ ਛੱਡ ਕਰਕੇ ਤੇ ਉਹ ਮਹਾਰਾਜ ਸਾਹਿਬ ਜੀ ਦੇ ਨਾਲ ਹੀ ਜਾਣ ਵਾਸਤੇ ਉਹਨਾਂ ਦਾ ਜੀ ਕਰਦਾ ਵੀ ਨਾਲ ਹੀ ਚਲੇ ਜਾਈਏ। ਇਸ ਤਰ੍ਹਾਂ ਖਿੱਚ ਬਣ ਜਾਂਦੀ ਹੈ। ਇਸ ਤਰ੍ਹਾਂ ਸਹਿਜੇ ਸਹਿਜੇ ਬਰਾਤ ਗਈ ਆ, ਬਹੁਤੀ ਕਾਹਲੀ ਨਾਲ ਨਹੀਂ ਗਈ। ਕਹਿੰਦੇ ਵੀ ਇਸ ਤਰ੍ਹਾਂ 2 ਰਾਤਾਂ ਜਿਹੜੀਆਂ ਹਨ ਉਹ ਰਸਤੇ ਦੇ ਵਿੱਚ ਇਸ ਤਰ੍ਹਾਂ ਰਸਤੇ ਦੇ ਵਿੱਚ ਬਤੀਤ ਕਰਕੇ ਫਿਰ ਅੱਗੇ ਚੱਲੇ। ਫਿਰ ਪਹੁੰਚ ਗਏ ਹਨ ਉਸ ਨਗਰ ਦੇ ਨੇੜੇ, ਭਾਵ ਬਟਾਲੇ ਦੇ ਨੇੜੇ, ਜਿੱਥੇ ਭਲੀ ਪ੍ਰਕਾਰ ਜਾ ਕੇ ਢੁਕਣਾ ਹੈ, ਝੁਕਾ ਕਰਨਾ ਹੈ। ਕੋਸਕ ਭਾਵ ਇੱਕ ਕੋਹ ਦੀ ਵਿੱਥ ਦੇ ਉੱਤੇ ਬਰਾਤ ਜਾ ਕੇ ਪੜਾ ਕਰ ਲਿਆ। ਬਟਾਲੇ ਨਗਰ ਤੋਂ ਜਿੱਥੇ ਜਾ ਕੇ ਝੁਕਾ ਕਰਨਾ ਨਾ ਬਾਬੇ ਮੂਲ ਚੰਦ ਦੇ ਘਰੇ, ਤੇ ਉੱਥੋਂ ਇੱਕ ਕੋਹ ਪਿੱਛੇ ਮੁਕਾਮ ਕਰ ਲਿਆ, ਪੜਾ ਕਰ ਲਿਆ ਹੈ। ਜੋ ਸੋਹਣੀ ਸਜੀ ਹੋਈ ਹੈ ਬਰਾਤ ਜਗਤ ਗੁਰੂ ਜੀ ਦੀ। ਇਸ ਤਰ੍ਹਾਂ ਕਹਿੰਦੇ ਕਿ ਅਧਿਆਇ ਸੰਪੂਰਨ ਹੋ ਗਿਆ ਹੈ। ਕਵੀ ਜੀ ਕਹਿੰਦੇ ਵੀ ਬਹੁਰ ਫੇਰ ਇਤਿਹਾਸ ਬਾਕੀ ਦਾ ਅਗਲੇ ਅਧਿਆਇ ਵਿੱਚ ਕਰਾਂਗੇ, ਇੱਥੇ ਅਧਿਆਇ ਸੰਪੂਰਨ ਹੋ ਗਿਆ ਹੈ। ਹਾਂ, ਇੱਥੇ 21ਵਾਂ ਅਧਿਆਇ ਸੰਪੂਰਨ ਹੋਇਆ ਤੇ ਅੱਗੇ 22ਵਾਂ ਅਧਿਆਇ ਇਹ ਪੂਰਬਾਰਤ ਦਾ ਆਰੰਭ ਕਰਦੇ ਆ ਤੇ ਪਹਿਲਾਂ ਮੰਗਲ ਕਰਦੇ ਨਾਮੇ ਪਾਤਸ਼ਾਹੀ ਦਾ। ਤੁਰਕਨ ਕੁਲ ਕਾਨਨ ਕਮਲ, ਕਹਿੰਦੇ ਵੀ ਜਿਹੜੀ ਤੁਰਕਾਂ ਦੀ ਕੁੱਲ ਵਾ ਨਾ, ਇਹ ਜਾਣੋ ਕਿ ਕਵਲ ਫੁੱਲਾਂ ਦਾ ਜੰਗਲ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਚੰਦਰਮਾ ਦੀ ਤਰ੍ਹਾਂ, ਤੇ ਚੰਦਰਮਾ ਜਦੋਂ ਚੜ੍ਹਦਾ ਪ੍ਰਕਾਸ਼ ਕਰਦਾ ਹੈ ਤੇ ਕਮਲ ਫੁੱਲ ਮੁਰਝਾ ਜਾਂਦੇ, ਕਿਉਂਕਿ ਉਹ ਸੂਰਜ ਨਾਲ ਖਿੜਦੇ। ਜਦੋਂ ਚੰਦਰਮਾ ਚੜ੍ਹਦਾ ਹੈ ਤੇ ਉਸ ਵੇਲੇ ਕਮਲ ਫੁੱਲ ਰਾਤ ਨੂੰ ਮੁਰਝਾ ਜਾਂਦੇ। ਕਹਿੰਦੇ ਵੀ ਜਿੰਨੇ ਸਮੂਹ ਤੁਰਕਾਂ ਦਾ ਸਮੂਹ ਹੈ ਨਾ, ਉਹ ਜਾਣੋ ਵੀ ਕਮਲ ਫੁੱਲਾਂ ਦਾ ਜੰਗਲ ਹੈ। ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਚੰਦਰਮਾ ਦੀ ਬਣਾਈ ਆ। ਭਾਵ ਇਹਦਾ ਇਹ ਆ ਕਿ ਤੁਰਕਾਂ ਦੇ ਜ਼ੁਲਮ ਨੂੰ ਠੱਲ ਪਾਉਣ ਵਾਲੇ ਆ ਗੁਰੂ ਤੇਗ ਬਹਾਦਰ ਸਾਹਿਬ, ਜਿਨ੍ਹਾਂ ਨੇ ਤਿਲਕ ਜਨਿਊ ਦੀ ਰਾਖੀ ਕਰਦਿਆਂ ਹੋਇਆਂ ਮਹਾਨ ਕੁਰਬਾਨੀ ਕੀਤੀ ਹੈ। ਐਸੇ ਨਾਮੇ ਪਾਤਸ਼ਾਹ ਦੇ ਸੋਹਣੇ ਚਰਨਾਂ ਕਮਲਾਂ ਤੇ ਮੇਰੀ ਵੰਦਨਾ ਹੈ ਕਵੀ ਦੀ। ਜੋ ਜੋਤੀ ਸਰੂਪ ਆ ਤੇ ਜਿਨ੍ਹਾਂ ਦਾ ਸਰੂਪ ਸੱਚ ਚੇਤਨ ਦੇ ਆਨੰਦ ਸਰੂਪ ਹੈ, ਸਤ ਚੇਤਨ ਆਨੰਦ ਸਰੂਪ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਭਾਈ ਬਾਲਾ ਜੀ ਕਥਨ ਕਰਦੇ ਆ ਜਿਨ੍ਹਾਂ ਦੀ ਸੰਧੂ ਗੋਤ ਹੈ। ਇਸ ਤਰ੍ਹਾਂ ਬਟਾਲੇ ਨਗਰ ਦੇ ਨੇੜੇ, ਪੱਖੋ ਕੇ ਰੰਧਾਵੇ ਦੇ ਨੇੜੇ ਇਹ ਬਰਾਤ ਕਹਿੰਦੇ ਸਥਿਤ ਕੀਤੀ ਹੈ, ਟਿਕਾਈ ਹੈ। ਸਾਰੀ ਬਰਾਤ ਨੇ ਜਾ ਕਰਕੇ ਤੇ ਬਰਾਤ ਦੇ ਵਿੱਚ ਅਨੇਕ ਪ੍ਰਕਾਰ ਦੇ ਕੌਤਕ ਹੋ ਰਹੇ ਆ। ਕਈ ਤਰ੍ਹਾਂ ਦੇ ਕੌਤਕ ਕਰਨ ਵਾਲੇ ਵਿੱਚ ਹੀ ਗਏ ਹੋਏ ਆ ਤੇ ਉਹ ਵਿੱਚ ਕੌਤਕ ਕਰ ਰਹੇ ਆ ਤੇ ਭਾਟਾਦਿਕ ਵੀ ਕੀਰਤੀ ਗਾ ਰਹੇ ਹਨ। ਜਿੰਨੇ ਬਰਾਤੀ ਲੋਕ ਹਨ ਮਨਾਂ ਵਿੱਚ ਖੁਸ਼ੀਆਂ ਪਾ ਰਹੇ ਹਨ। ਪਰਮਾਨੰਦ ਨੰਦਨ ਜੈ ਰਾਮ ਤੇਜ ਬੋਲ ਲੀਨੋ। ਬਾਬਾ ਪਰਮਾਨੰਦ ਜੀ ਨੇ ਆਪਣੇ ਇਸੇ ਤਰ੍ਹਾਂ ਉਹਨਾਂ ਦੇ ਜਿਹੜੇ ਪੁੱਤਰ ਹਨ ਭਾਈ ਜੈ ਰਾਮ ਜੀ, ਭਾਈਆ ਜੈ ਰਾਮ ਜੀ ਨੇ ਆਪਣੇ ਬ੍ਰਾਹਮਣ ਨੂੰ ਸੱਦ ਲਿਆ ਆਪਣੇ ਪਾਸ। ਉਹ ਸੀ ਨਿੱਧਾ ਬ੍ਰਾਹਮਣ।
ਭਾਈਆ ਜੈ ਰਾਮ ਜੀ ਦੇ ਘਰ ਦਾ ਜਿਹੜਾ ਪ੍ਰੋਹਤ ਸੀ ਨਾ, ਉਹਦਾ ਨਾਮ ਸੀ ਨਿੱਧਾ ਬ੍ਰਾਹਮਣ। ਉਹ ਵੀ ਨਾਲ ਬਰਾਤ ਤੇ ਗਿਆ ਹੈ ਤੇ ਉਹਨੂੰ ਸੱਦ ਕੇ ਆਪਣੇ ਪਾਸ ਆਵਾਜ਼ ਮਾਰੀ ਹੈ। ਆਖਿਆ ਕਿ ਹੇ ਨਿੱਧਾ ਬ੍ਰਾਹਮਣ, ਤੂੰ ਹੁਣ ਬਾਬਾ ਮੂਲ ਚੰਦ ਜੀ ਦੇ ਘਰੇ ਜਾ, ਕਿਉਂਕਿ ਇੱਥੋਂ ਉਹਨਾਂ ਦਾ ਘਰ ਇੱਕ ਕੋਹ ਦੀ ਦੂਰੀ ਤੇ ਰਹਿ ਗਿਆ ਵਾ ਤੇ ਆਪਾਂ ਬਰਾਤ ਅੱਗੇ ਨਹੀਂ ਹਲੇ ਲੈ ਕੇ ਜਾਣਾ। ਪਹਿਲਾਂ ਤੂੰ ਉਹਨਾਂ ਦੇ ਘਰੇ ਜਾ ਕੇ ਫਿਰ ਸਾਨੂੰ ਆ ਕੇ ਦੱਸੇਗਾ ਤੇ ਫਿਰ ਬਰਾਤ ਤੋੜ ਕੇ ਲੈ ਕੇ ਜਾਵਾਂਗੇ। ਪਹਿਲਾਂ ਖਬਰ ਪਹੁੰਚਾਈਏ ਇਹਨਾਂ ਦੇ ਘਰ ਕਿ ਬਰਾਤ ਆ ਗਈ। ਇਸ ਕਰਕੇ ਇਹ ਭਾਈ ਤੂੰ ਜਾ ਕਰਕੇ ਬਾਬੇ ਮੂਲ ਚੰਦ ਦੇ ਘਰੇ ਖਬਰ ਦੇ ਕਿ ਬਰਾਤ ਆ ਪਹੁੰਚੀ ਹੈ ਇੱਕ ਕੋਹ ਦੀ ਦੂਰੀ ਤੇ। ਇਹ ਨਿੱਧਾ ਬ੍ਰਾਹਮਣ ਗਿਆ ਹੈ ਗੁਰੂ ਸਾਹਿਬ ਜੀ ਦੇ ਸਹੁਰਿਆਂ ਦੇ ਘਰ ਦੇ ਵਿੱਚ, ਬਾਬੇ ਮੂਲ ਚੰਦ ਦੇ ਘਰੇ ਗਿਆ ਤੇ ਜਾ ਕਰਕੇ ਅਸੀਸ ਦਿੱਤੀ ਹੈ। ਬ੍ਰਾਹਮਣ ਅਸੀਸ ਦਿੰਦੇ ਹੁੰਦੇ ਨਾ, ਜਾ ਕਰਕੇ ਅਸੀਸ ਦਿੱਤੀ ਹੈ ਬ੍ਰਾਹਮਣ ਨੇ। ਆਖਿਆ ਇਹ ਜਜਮਾਨ, ਉਹ ਘਰ ਇਹਨੂੰ ਪ੍ਰੋਹਤ ਕਹਿੰਦੇ ਆ ਤੇ ਇਹ ਘਰ ਵਾਲਿਆਂ ਨੂੰ ਜਜਮਾਨ ਕਹਿੰਦਾ ਹੁੰਦਾ। ਆਖਿਆ ਕਿ ਜਜਮਾਨ ਜੀ ਤੇਰੇ ਸਰੀਰ ਦੀ ਕਲਿਆਣ ਹੋਵੇ, ਤੇਰਾ ਸਰੀਰ ਤੰਦਰੁਸਤ ਹੋਵੇ। ਮਹਿਤਾ ਕਲਿਆਣ ਚੰਦ ਜੀ, ਉਹਨਾਂ ਦੇ ਪੁੱਤਰ ਸ੍ਰੀ ਨਾਨਕ ਜੀ, ਉਹਨਾਂ ਦੀ ਬਰਾਤ ਆ ਕਰਕੇ ਨੇੜੇ ਉਤਰ ਪਈ ਹੈ ਇੱਕ ਕੋਹ ਦੀ ਦੂਰੀ ਤੇ। ਇਹ ਜਜਮਾਨ ਬਾਬਾ ਮੂਲ ਚੰਦ ਜੀ, ਮੈਂ ਆਪ ਜੀ ਨੂੰ ਬਰਾਤ ਦੀ ਖਬਰ ਦੇਣ ਵਾਸਤੇ ਆਇਆ ਹਾਂ ਕਿ ਤੁਸੀਂ ਅੱਗੋਂ ਤਿਆਰੀ ਕਰ ਲਓ ਬਰਾਤ ਦਾ ਸਵਾਗਤ ਕਰਨ ਵਾਸਤੇ, ਬਰਾਤ ਦੀ ਮਿਲਣੀ ਕਰਨ ਵਾਸਤੇ। ਇਸ ਕਰਕੇ ਜੋ ਬਰਾਤ ਦੀ ਬਹੁਤ ਤਰ੍ਹਾਂ ਦੀ ਸ਼ੋਭਾ ਹੈ, ਉਸ ਬਰਾਤ ਦੀ ਮੈਂ ਆਪ ਜੀ ਨੂੰ ਸੁੱਧ ਦੇਣ ਵਾਸਤੇ ਆਇਆ ਹਾਂ। ਬਾਬੇ ਮੂਲ ਚੰਦ ਜੀ ਨੇ ਫਿਰ ਵੰਦਨਾ ਕੀਤੀ ਹੈ ਨਿੱਧੇ ਬ੍ਰਾਹਮਣ ਨੂੰ, ਹਿਰਦੇ ਵਿੱਚ ਆਨੰਦ ਮਨ ਕਰਕੇ ਆਖਿਆ ਹੈ। ਆਖਿਆ ਕਿ ਨਿੱਧਾ ਬ੍ਰਾਹਮਣ ਜੀ, ਬੜੀ ਚੰਗੀ ਗੱਲ ਹੋਈ ਹੈ, ਤੁਸੀਂ ਆ ਕੇ ਖਬਰ ਦਿੱਤੀ ਹੈ, ਬਹੁਤ ਖੁਸ਼ੀ ਵਾਲੀ ਗੱਲ ਹੈ। ਮੈਂ ਹੁਣ ਬਰਾਤ ਦੀ ਖਬਰ ਲੈਂਦਾ ਹਾਂ। ਬਾਬਾ ਮੂਲ ਚੰਦ ਜੀ ਉੱਠ ਕੇ ਛੇਤੀ ਨਾਲ ਨਾ ਫਿਰ ਕਾਹਲੀ ਕਾਹਲੀ ਗਏ ਹਨ। ਕਿੱਥੇ ਗਏ? ਆਪਣੇ ਨਗਰ ਦੇ ਪੰਚ ਦੇ ਘਰ, ਜਿਸ ਦਾ ਨਾਮ ਹੈ ਚੌਧਰੀ ਹਿੱਤਾ। ਹਿੱਤਾ ਉਸ ਦਾ ਨਾਮ ਹੈ ਪੰਚ ਦਾ ਤੇ ਉਸ ਦੀ ਗੋਤ ਹੈ ਰੰਧਾਵਾ, ਕਿਉਂਕਿ ਰੰਧਾਵੇ ਗੋਤ ਵਾਲੇ ਜ਼ਿਮੀਂਦਾਰ ਬਹੁਤੇ ਰਹਿੰਦੇ ਹਨ ਉੱਥੇ ਤੇ ਰੰਧਾਵਿਆਂ ਦੀ ਪਟਵਾਰੀ ਹੈ ਬਾਬਾ ਮੂਲ ਚੰਦ। ਇਸ ਕਰਕੇ ਉਹਨਾਂ ਬਹੁਤੇ ਨਗਰਾਂ ਵਿੱਚ ਰੰਧਾਵੇ ਗੋਤ ਵਾਲੇ ਜ਼ਿਮੀਂਦਾਰ ਰਹਿੰਦੇ ਹਨ। ਬਾਬਾ ਬੁੱਢਾ ਸਾਹਿਬ ਜੀ ਦੀ ਗੋਤ ਰੰਧਾਵਾ ਸੀ ਸਾਧ ਸੰਗਤ, ਤੇ ਬਾਬਾ ਸੁੱਕਾ ਰੰਧਾਵਾ ਜੀ ਦੇ ਪੁੱਤਰ ਸਨ ਬਾਬਾ ਬੁੱਢਾ ਸਾਹਿਬ। ਇਤਿਹਾਸ ਵਿੱਚ ਜ਼ਿਕਰ ਆਇਆ ਉਹਨਾਂ ਤਾਂ ਜਿਸ ਵੇਲੇ ਇਹ ਪੰਚ ਜਿਹੜਾ ਹਿੱਤਾ ਜਿਸ ਦਾ ਨਾਮ ਹੈ ਤੇ ਗੋਤ ਰੰਧਾਵਾ, ਉਹਨਾਂ ਦੇ ਘਰ ਵਿੱਚ ਗਏ ਬਾਬਾ ਮੂਲ ਚੰਦ ਜੀ। ਆਖਿਆ ਕਿ ਚੌਧਰੀ ਸਾਹਿਬ ਮੇਰੀ ਬੇਨਤੀ ਸੁਣੋ, ਤੇ ਮੇਰੇ ਘਰ ਦੇ ਵਿੱਚ ਢੁਕਾਓ ਕਰਨ ਵਾਸਤੇ ਸੁਲਤਾਨਪੁਰ ਲੋਧੀ ਤੋਂ ਬਰਾਤ ਚੱਲ ਕੇ ਆ ਗਈ। ਖਬਰ ਮੈਨੂੰ ਮਿਲ ਗਈ ਹੈ, ਪੰਡਤ ਜੀ ਨੇ ਆ ਕੇ ਦੱਸ ਦਿੱਤਾ ਹੈ ਤੇ ਹੁਣ ਅਸੀਂ ਬਰਾਤ ਨੂੰ ਅੱਗੇ ਜਾ ਕਰਕੇ ਬਰਾਤ ਦਾ ਸਤਿਕਾਰ ਕਰਕੇ ਲੈਣ ਵਾਸਤੇ ਜਾਈਏ। ਤੇ ਜੇ ਤੁਹਾਡੀ ਆਗਿਆ ਹੋਵੇ ਕਿ ਅਸੀਂ ਜਾਈਏ ਅੱਗੋਂ ਲੈਣ ਵਾਸਤੇ। ਚੌਧਰੀ ਸਾਹਿਬ ਆਦਰ ਕਰਦੇ ਸੀ ਉਹਨਾਂ ਸਮਿਆਂ 'ਚ ਇੱਕ ਦੂਸਰੇ ਦਾ, ਜਿਵੇਂ ਮਹਿਤਾ ਕਲਿਆਣ ਚੰਦ ਜੀ ਜਦੋਂ ਸੁਲਤਾਨਪੁਰ ਸਾਹਿਬ ਨੂੰ ਆਉਣਾ ਹੁੰਦਾ ਸੀ ਨਾ, ਰਾਏ ਬਲਾਰ ਦੇ ਕੋਲੇ ਵੇਖੋ ਜਾਂਦੇ ਸਨ ਕਿ ਰਾਏ ਜੀ ਮੈਂ ਚੱਲਿਆ। ਹੁਣ ਵਿਆਹ ਦੇ ਮੌਕੇ ਤੇ ਵੀ ਗਏ ਸੀ। ਇਸੇ ਤਰ੍ਹਾਂ ਹੀ ਇੱਧਰ ਬਾਬਾ ਮੂਲ ਚੰਦ ਜੀ ਇਹ ਹਿੱਤਾ ਰੰਧਾਵਾ ਜਿਹੜੇ ਚੌਧਰੀ ਹਨ, ਉਹਨਾਂ ਨੂੰ ਜਾ ਕੇ ਬੇਨਤੀ ਕਰਦੇ ਕਿ ਤੁਹਾਡੀ ਆਗਿਆ ਹੋਵੇ ਤੇ ਅਸੀਂ ਬਰਾਤ ਨੂੰ ਜੀ ਆਇਆਂ ਕਹਿ ਕੇ ਅੱਗੋਂ ਲੈਣ ਵਾਸਤੇ ਜਾਈਏ, ਕਿਉਂਕਿ ਚੌਧਰੀ ਸਾਹਿਬ ਸਾਨੂੰ ਸਦਾ ਹੀ ਤੁਹਾਡਾ ਆਸਰਾ ਹੈ। ਬਾਬਾ ਮੂਲ ਚੰਦ ਜੀ ਦੇ ਬਚਨ ਸੁਣ ਕਰਕੇ ਤੇ ਚੌਧਰੀ ਹਿੱਤੇ ਰੰਧਾਵੇ ਨੇ ਆਖਿਆ
बैस बड़ी जनानी नगसी आखिया कि बाबा मूल चंद मेरी उम्र तो हुण वड्डी आ वडेरी आ ते बिरध अवस्था ने मेरे शरीर को ग्रस लिया है। शरीर मेरा बहुता कमजोर है, बजुर्ग हाँ मैं। चल फिर पालना ने जो कुछ दे इस करके मेरे तो तुर के इन्ना जाया नहीं जाना। शरीर कमजोर है, मेरे तो इन्ना तुर के नहीं जाया जाएगा, इन्ना बल नहीं मेरे शरीर नहीं तो मैं तेरे नाल जरूर जाता बरात लैन वास्ते। सदा क्योंकि भाई मूल चंद मैं तेनों अपने प्राणा का प्यारा समझदा, अपने प्राणा तो स्नेह करना तेरे नाल, जिंद जान ते प्रेम करदा हाँ तेरे नाल। ते फिर आवाज दी अपने पुत्र नूं चौधरी ने। चौधरी का नाम सी हिता रंधावा, ते पुत्र का नाम सी अजिता रंधावा। अपने पुत्र अजिते रंधावे नूं आवाज मारी है, वो अजित्या अजिते नूं आख्या कि पधार इन्हें संग, ये भाई अजित्या इन्हां दे नाल तूं चलना कर मेरी थां ते। तू नाल जा करके भली प्रकार बरात ले करके आ। जो कुछ इच्छा होवे वस्तुआं पहुंचा दानी पुत्रा। ते तू इन्हां दे नाल रहना वा अजिते, जिथे ये मूलचंद जी रहणगे ना इन्हां दे नाल ही रहना, ते सारा बरात का आदर मान करना, सत्कार करके लैके आना। ये चौधरी ने होर भी सिक्ख्या दी बाबे मूलचंद नूं, वो कल के दीवान में पढ़ांगे। उन्हें बजुर्ग ने आख्या भी देखी भाई मूलचंद एवं कोई कबोल ना बोल देता, तेरा सुभाव बड़ा गुस्से वाला। नाल उन्हें भी आखना कि मैं सुनिया है जो तेरा कुड़म वा भी सुभाव तेरे नाल ही करता मिलता, वो भी बड़ा गुस्से वाला। तो वेखिए किसी वो जी गल ना करता नहीं, खुशियां का समा है तो चुप करके ही रही। कोई गल के दीवान में अगे ये सारी गलबात आएगी कि चौधरी बाबे मूलचंद सारी गलबात करेगा। गुरु जी के पावन इतिहास की विचार साझी करते हैं। होइयां भुलां चुकां दी सतगुरु जी गुर संगत की खिमा देवी, देवो सज्जन असीस अड़ियां ज्यों होवै सारे स्यों मेल। वाहिगुरु वाहिगुरु Sri